ਰਾਜਸਭਾ ਦੇ ਵਿੱਚ ਗਰਜੇ ਰਾਘਵ ਚੱਡਾ। ਸਬਸਿਡੀ ਤੇ ਰੇਵੜੀ ਕਲਚਰ ਨੂੰ ਲੈ ਕੇ ਘੇਰੀ ਬੀਜੇਪੀ। ਕਿਹਾ ਤੁਹਾਡੀ ਸਬਸਿਡੀ ਤਾਂ ਸਬਸਿਡੀ, ਪਰ ਸਾਡੀ ਸਬਸਿਡੀ ਰੇਵੜੀ। ਇਹ ਦੋਹਰੇ ਮਾਪदंड क्यों? हमारी सब्सिडी रेवड़ी, ऐसा तो नहीं होगा सर। ये करें तो पुण्य, हम करें तो पाप। इनकी सब्सिडी सब्सिडी, हमारी सब्सिडी रेवड़ी, ऐसा तो नहीं होगा सर। ये करें तो। सीएम भगवंत मान दा मिशन इन्वेस्टमेंट पंजाब दे तहत चेन्नई दे विच कारोबारियां दे नाल कर रहे मीटिंग। बोले पंजाब दे विच इंडस्ट्री दे लई बेहद संभावनावां। पंजाब दे विच रेत बजरी दी सरकारी विक्री शुरू। मोहाली दे विच खोलिया गया पहला केंद्र। माइनिंग मंत्री हरजोत बैंस बोले 28 रुपए फुट दे विच मिलेगा रेता। सूबे दे विच 90% नजायज माइनिंग बंद करन दा भी दावा। पंजाबी गायक कंवर गरेवाल ते रंजीत बावा दे टिकाणिਆਂ ਦੇ ਉੱਤੇ ਇਨਕਮ ਟੈਕਸ ਵਿਭਾਗ ਦੀ ਰੇਡ। मोहाली दे विच कंवर गरेवाल दे ਅਪਾਰਟਮੈਂਟ ਦੇ ਵਿੱਚ ਕੀਤੀ ਜਾ ਰਹੀ ਚੈਕਿੰਗ ਤਾਂ ਬਾਵਾ ਦੇ 4 ਟਿਕਾਣਿਆਂ ਤੇ ਛਾਪਾ। ਵਿਜੀਲੈਂਸ ਦੀ ਰਡਾਰ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਭਰਤਿੰਦਰ ਚਾਹਲ। ਪਟਿਆਲਾ ਦੇ ਵਿੱਚ ਟਿਕਾਣਿਆਂ ਦੇ ਉੱਤੇ ਵਿਜੀਲੈਂਸ ਨੇ ਮਾਰਿਆ ਛਾਪਾ। ਮੈਰਿਜ ਪੈਲੇਸ ਅਤੇ ਸ਼ਾਪਿੰਗ ਮਾਲ ਦੀ ਵੀ ਕੀਤੀ ਗਈ ਪੈਮਾਇਸ਼। ਸਾਬਕਾ ਆਈਏਐਸ ਕੇਬੀਐਸ ਸਿੱਧੂ ਤੋਂ ਵਿਜੀਲੈਂਸ ਦੀ ਪੁੱਛਗਿੱਛ ਜਾਰੀ। ਕਥਿਤ ਸੰਜਾਈ ਘੁਟਾਲੇ ਨੂੰ ਲੈ ਕੇ ਹੋ ਰਹੇ ਸਵਾਲ ਜਵਾਬ। ਟੈਂਡਰਾਂ ਦੀ ਅਲਾਟਮੈਂਟ ਅਤੇ ਬਿੱਲ ਪਾਸ ਕਰਵਾਉਣ ਦੇ ਲਈ ਰਿਸ਼ਵਤ ਲੈਣ ਦਾ ਹੈ ਇਲਜ਼ਾਮ। 1984 ਸਿੱਖ ਦੰਗਿਆਂ ਤੇ ਟਾਈਟਲਰ ਦਾ ਵੱਡਾ ਬਿਆਨ। ਕਿਹਾ ਮੇਰੇ ਖਿਲਾਫ ਕੋਈ ਐਫਆਈਆਰ ਨਹੀਂ, ਸੀਬੀਆਈ ਨੇ ਦਿੱਤੀ ਹੈ ਕਲੀਅਰੈਂਸ। ਕੁਝ ਲੋਕ ਸਿੱਖ ਦੰਗਿਆਂ ਨੂੰ ਲੈ ਕੇ ਕਰ ਰਹੇ ਨੇ ਸਿਆਸਤ ਤਾਂ ਬੀਜੇਪੀ ਬੋਲੀ 84 ਦੇ ਦੋਸ਼ੀਆਂ ਦੇ ਨਾਲ ਕਾਂਗਰਸ ਦਾ ਹੈ ਮੋਹ। ਪ੍ਰਿਯੰਕਾ ਗਾਂਧੀ ਨੂੰ ਮਿਲੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ। ਵਿਦੇਸ਼ ਤੋਂ ਪਰਤਦਿਆਂ ਸਾਰ ਕੀਤੀ ਮੁਲਾਕਾਤ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ਵੀ ਹੋਈ ਮਿਲਣੀ। ਰਾਜ ਸਭਾ ਦੇ ਵਿੱਚ ਗੁੰਜਾ ਕਿਸਾਨ ਖੁਦਕੁਸ਼ੀਆਂ ਦਾ ਮਸਲਾ। ਰਾਜ ਸਭਾ ਮੈਂਬਰ ਸੰਸੀਚੇਵਾਲ ਨੇ ਐਨਸੀਆਰਬੀ ਦੇ ਅੰਕੜਿਆਂ ਦਾ ਦਿੱਤਾ ਹਵਾਲਾ। ਬੋਲੇ 4 ਸਾਲ ਦੇ ਵਿੱਚ 53,000 ਕਿਸਾਨਾਂ ਤੇ ਖੇਤ ਮਜ਼ਦੂਰਾਂ ਨੇ ਦਿੱਤੀ ਜਾਨ। ਤੇ ਫੀਫਾ ਵਰਲਡ ਕੱਪ ਦੇ ਵਿੱਚ ਜੀਓ ਸਿਨੇਮਾ ਨੇ ਰਚਿਆ ਇਤਿਹਾਸ। 10 ਕਰੋੜ ਤੋਂ ਵੱਧ ਲੋਕਾਂ ਨੇ ਮੋਬਾਈਲ ਦੇ ਉੱਤੇ ਕੀਤਾ ਡਾਊਨਲੋਡ। ਡਿਜੀਟਲ ਵਿਊਅਰਸ਼ਿਪ ਨੇ ਟੀਵੀ ਨੂੰ ਵੀ ਛੱਡਿਆ ਪਿੱਛੇ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ। ਫਰਕ ਤਾਂ ਪੈਂਦਾ ਹੈ ਲੈ ਕੇ ਜਦੋਂ ਰਾਜ ਸਭਾ ਦੇ ਵਿੱਚ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਮੁੱਦਾ ਉੱਠੇ ਸਬਸਿਡੀ ਵਾਲਾ, ਫਿਰ ਫਰਕ ਤਾਂ ਪੈਂਦਾ ਹੈ। ਜੀ ਹਾਂ, ਸ਼ੁਰੂਆਤ ਅੱਜ ਅਸੀਂ ਇੱਥੋਂ ਹੀ ਕਰਨ ਜਾ ਰਹੇ ਹਾਂ। ਰਾਜ ਸਭਾ ਮੈਂਬਰ ਰਾਘਵ ਚੱਡਾ ਨੇ ਸਬਸਿਡੀ ਦੇ ਉੱਤੇ ਮੁੱਦਾ ਚੁੱਕਿਆ ਰਾਜ ਸਭਾ ਦੇ ਵਿੱਚ ਤੇ ਉਹਨਾਂ ਨੇ ਕਿਹਾ ਸਬਸਿਡੀ ਤੇ ਰੇਵੜੀ ਦੇ ਮੁੱਦੇ ਦੇ ਉੱਤੇ ਕੇਂਦਰ ਦੀ ਸਰਕਾਰ ਨੂੰ ਰਾਘਵ ਚੱਡਾ ਘੇਰਦੇ ਹੋਏ ਨਜ਼ਰ ਆਏ ਤੇ ਉਹਨਾਂ ਨੇ ਕਿਹਾ ਕਿ ਕੇਂਦਰ ਦੀ ਸਬਸਿਡੀ ਤਾਂ ਸਬਸਿਡੀ ਹੈ ਤਾਂ ਸਾਡੀ ਸਬਸਿਡੀ ਰੇਵੜੀ ਕਿਵੇਂ ਹੈ? ਇਸ ਤਰ੍ਹਾਂ ਦੇ ਦੋਹਰੇ ਮਾਪਦੰਡ ਕਿਉਂ ਅਪਣਾਏ ਜਾ ਰਹੇ ਨੇ? ਐਮਪੀਜ਼ ਨੂੰ ਮੁਫਤ ਸਹੂਲਤਾਂ ਤਾਂ ਆਮ ਲੋਕਾਂ ਨੂੰ ਕਿਉਂ ਨਹੀਂ? ਖੈਰ, ਚੋਣਾਂ ਦੇ ਵਿੱਚ ਖੂਬ ਚਰਚਾ ਦਾ ਵਿਸ਼ਾ ਰਿਹਾ ਸੀ ਕਿ ਜਿਸ ਤਰੀਕੇ ਨਾਲ ਰੇਵੜੀ ਕਲਚਰ ਦਾ ਬੀਜੇਪੀ ਨੇ ਜ਼ਿਕਰ ਕੀਤਾ, ਖੁਦ ਪ੍ਰਧਾਨ ਮੰਤਰੀ ਇਸ ਦੇ ਉੱਤੇ ਸਟੇਟਮੈਂਟ ਦਿੰਦੇ ਨੇ ਤਾਂ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੇ ਐਲਾਨ ਕੀਤੇ ਗਏ ਉਹਨਾਂ ਨੂੰ ਲੈ ਕੇ ਨਿਸ਼ਾਨਾ ਸਾਧਿਆ ਜਾ ਰਿਹਾ ਸੀ। ਪਰ ਹੁਣ ਰਾਜ ਸਭਾ ਦੇ ਵਿੱਚ ਮੁੱਦਾ ਇਹ ਚੁੱਕਿਆ ਗਿਆ ਤੇ ਰਾਘਵ ਚੱਡਾ ਨੇ ਸਵਾਲ ਕੀਤਾ ਬੀਜੇਪੀ ਨੂੰ, ਕੇਂਦਰ ਦੀ ਸਰਕਾਰ ਨੂੰ ਕਿ ਜਦੋਂ ਸਬਸਿਡੀ ਦਾ ਜ਼ਿਕਰ ਹੁੰਦਾ ਹੈ ਤਾਂ ਫਿਰ ਕੋਈ ਸਬਸਿਡੀ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਹੀ ਹੈ ਜਾਂ ਫਿਰ ਪਾਰਟੀ ਦੇ ਵੱਲੋਂ ਕਿਤੇ ਅਨਾਉਂਸਮੈਂਟ ਕੀਤੀ ਜਾਂਦੀ ਹੈ ਤਾਂ ਉਹ ਤੁਹਾਨੂੰ ਰੇਵੜੀਆਂ ਲੱਗਦੀਆਂ ਨੇ ਤੇ ਜਦੋਂ ਤੁਸੀਂ ਕੋਈ ਸਬਸਿਡੀ ਦਿੰਦੇ ਹੋ ਤਾਂ ਫਿਰ ਉਹ ਸਬਸਿਡੀ ਲੱਗਦੀ ਹੈ। ਤਾਂ ਇਸ ਤਰੀਕੇ ਨਾਲ ਦੋਹਰਾ ਮਾਪਦੰਡ ਕਿਉਂ ਅਪਣਾਇਆ ਜਾ ਰਿਹਾ ਹੈ? सर, 8वीं बड़ी बीमारी जो भारत की अर्थव्यवस्था को लगी है वो है द फेलियर ऑफ द स्टार्टअप्स। पूरे देश में, पूरी दुनिया में घूम घूम कर सरकार के बड़े नेताओं ने कहा कि भारत अब एक स्टार्टअप नेशन बन गया है। दुनिया में भारत अब दुनिया की स्टार्टअप कैपिटल बोला जाएगा। मैं बताना चाहता हूं सर, क्या कभी वित्त मंत्री जी ने मुड़ के भारत के स्टार्टअप्स की हालत देखी? आज भारत में 10% से भी कम स्टार्टअप्स अपनी 5वीं सालगिरह पूरा करते हैं। ईयर ऑन ईयर 37% का डिक्लाइन स्टार्टअप में इन्वेस्टमेंट में है। और अनअकैडमी हो, ओला हो, कार्स 24 हो, वेदांतु हो, बाइजूस हो, मीशो हो, चार्ज भी हो, उड़ान हो, ये सारे बड़े स्टार्टअप्स जो ये बड़े बड़े स्टार्टअप जिन्हें हम न्यू इंडिया की न्यू इकोनॉमी कहकर
पूरे विश्व में प्रचारित करते हैं, इन सारे स्टार्टअप्स ने नौकरियां से लोगों को निकालकर हजारों लोगों को बेरोजगार करने का काम किया। सर मैं आता हूं डिमांड फॉर ग्रांट्स पर, सप्लीमेंट्री डिमांड फॉर ग्रांट्स। ये मैं पढ़ रहा था सर, 3,25,757 करोड़ सरकार ने मांगे हैं। इसमें 1 लाख करोड़ एक सब्सिडी के लिए हैं, 80,000 करोड़ दूसरी सब्सिडी के लिए हैं, 45,000 करोड़ तीसरी सब्सिडी के लिए, और ऐसे सब्सिडी के पैसे मांग रहे हैं। सर ये डिमांड फॉर ग्रांट्स कहां है? ये तो डिमांड फॉर सब्सिडी है। और जब हम लोग दिल्ली में अरविंद केजरीवाल जी की सरकार गरीब आदमी को मुफ्त बिजली देती है, मुफ्त पानी देती है, मुफ्त शिक्षा देती है, मुफ्त स्वास्थ्य देती है, तो इनको हमारी सब्सिडी रेवड़ी लगती है सर। इनकी सब्सिडी, हमारी सब्सिडी रेवड़ी, ऐसा तो नहीं होगा सर। ये करें तो पुण्य, हम करें तो पाप। सर यहां बैठे सभी सांसदों को और लोकसभा में बैठे सभी सांसदों को सर 34 हवाई यात्राएं मुफ्त मिलती हैं। सर हमें 50,000 मुफ्त बिजली मिलती है प्रति एनम। सर 40 लाख लीटर मुफ्त मिलता है। सर अगर आज अरविंद केजरीवाल जी की सरकार 300 यूनिट बिजली मुफ्त दे देते हैं आम आदमी को, 20,000 लीटर मुफ्त दे देते हैं, तो इन्हें दर्द होता है। फॉर परचेज ऑफ लैंड एंड रेडी बिल्ट ऑफिस अकोमोडेशन फॉर द इन्फोर्समेंट डायरेक्टरेट 30 करोड़ रुपीस। सर खाली 30 करोड़ रुपए ईडी के लिए। इनका बेस्ट परफॉर्मेंस देने वाला विभाग है, सारे नेताओं को जेल में डाल दिया। इसके लिए तो 30 लाख करोड़ लेना चाहिए, खाली 30 करोड़ से बात नहीं बनेगी। इनको 3 लाख करोड़ लेकर ईडी के थाने हर गली मोहल्ले में खोलने चाहिए, और किसी मोहल्ले में कोई विपक्ष का नेता ना बचे, सबको जेल में डालने का काम करना चाहिए सर। ਤਾਂ ਕੇਂਦਰ ਦੀ ਸਰਕਾਰ ਦੇ ਉੱਤੇ ਵਰਦੇ ਹੋਏ ਨਜ਼ਰ ਆਏ ਨੇ। ਹੁਣ ਜ਼ਿਹਨ ਦੇ ਵਿੱਚ ਸਵਾਲ ਤਾਂ ਜ਼ਰੂਰ ਉੱਠਦਾ ਹੈ ਕਿ ਜੇਕਰ ਜਿਹੜੇ ਰਾਜ ਸਭਾ ਮੈਂਬਰਸ ਨੇ ਜਾਂ ਪਾਰਲੀਮੈਂਟ ਦੇ ਮੈਂਬਰ ਹੁੰਦੇ ਨੇ, ਉਹਨਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ, ਤੇ ਜਦੋਂ ਆਮ ਲੋਕਾਂ ਦੇ ਕੋਲ ਕੋਈ ਸਹੂਲਤ ਪਹੁੰਚਦੀ ਹੈ ਤਾਂ ਉਸ ਨੂੰ ਲੈ ਕੇ ਕਿੰਤੂ ਪਰੰਤੂ ਕਿਉਂ ਹੁੰਦਾ ਹੈ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਮੋਹਾਲੀ ਦੇ ਵਿੱਚ ਪੰਜਾਬ ਦਾ ਪਹਿਲਾ ਸਰਕਾਰੀ ਰੇਤ ਅਤੇ ਬਜਰੀ ਵਿਕਰੀ ਕੇਂਦਰ ਸ਼ੁਰੂ ਕਰ ਦਿੱਤਾ ਗਿਆ। ਮੋਹਾਲੀ ਕੁਰਾਲੀ ਰੋਡ ਦੇ ਉੱਤੇ ਇਕੋ ਸਿਟੀ 2 ਦੇ ਵਿੱਚ ਇਹ ਕੇਂਦਰ ਖੋਲ੍ਹਿਆ ਗਿਆ ਹੈ, ਜਿੱਥੇ ਲੋਕਾਂ ਨੂੰ ਸਰਕਾਰੀ ਰੇਟ ਦੇ ਉੱਤੇ ਰੇਤ ਬਜਰੀ ਮਿਲੇਗੀ। ਇਸ ਦੇ ਲਈ ਕੇਂਦਰ ਦੇ ਵਿੱਚ ਸਰਕਾਰੀ ਖੱਡਿਆਂ ਤੋਂ ਸਪਲਾਈ ਕੀਤੀ ਜਾਵੇਗੀ। ਜਿੱਥੇ ਰੇਤਾ ਬਜਰੀ ਵਿਕ ਰਿਹਾ ਹੈ, ਉੱਥੇ ਇੱਕ ਸਾਈਨ ਬੋਰਡ ਵੀ ਲਗਾਇਆ ਗਿਆ ਹੈ, ਜਿਸ ਦੇ ਉੱਤੇ ਸਹਾਇਕ ਮਾਈਨਿੰਗ ਅਧਿਕਾਰੀ ਅਤੇ ਮਾਈਨਿੰਗ ਇੰਸਪੈਕਟਰ ਦਾ ਨੰਬਰ ਲਿਖਿਆ ਹੈ। ਇਹ ਵੀ ਲਿਖਿਆ ਗਿਆ ਹੈ ਕਿ ਹੁਣ ਆਮ ਜਨਤਾ ਤੋਂ ਲੁੱਟ ਨਹੀਂ ਹੋਵੇਗੀ। ਇੱਥੇ ਬਾਹਰ ਟਿੱਪਰ ਵਗੈਰਾ ਵੀ ਖੜੇ ਨੇ ਜੀ, ਤੁਸੀਂ ਆਪਣਾ ਵਹੀਕਲ ਵੀ ਲੈ ਕੇ ਆ ਸਕਦੇ ਹੋ। ਇੱਥੇ ਜਿਹੜਾ ਰੇਟ ਆ ਉਹ 28 ਰੁਪਏ ਰੱਖਿਆ ਗਿਆ। ਸਪੈਸੀਫਿਕਲੀ ਅਸੀਂ ਨਿਊ ਚੰਡੀਗੜ੍ਹ ਦੇ ਇਸ ਹਿੱਸੇ ਨੂੰ ਇਸ ਕਰਕੇ ਚੁਣਿਆ ਤਾਂ ਕਿ ਆਸ-ਪਾਸ ਬਹੁਤ ਸਾਰਾ ਕੰਸਟਰਕਸ਼ਨ ਐਕਟੀਵਿਟੀ ਹੋ ਰਹੀ ਹੈ, ਤਾਂ ਕਿ ਉਹਨਾਂ ਨੂੰ ਨੇੜੇ ਪਵੇ ਤੇ ਇੱਥੇ 2-3 ਹਜ਼ਾਰ ਰੁਪਏ ਦੇ ਕਿਰਾਏ ਨਾਲੋਂ ਆਪਣੇ ਕੋਲ ਉਹਨਾਂ ਦੇ ਕੋਲ ਸਮਾਨ ਪਹੁੰਚ ਜਾਵੇ। ਇਦਾਂ ਦੇ ਸੇਲ ਸੈਂਟਰ ਸਾਡੀ ਕੋਸ਼ਿਸ਼ ਹੈ ਹਰ ਜ਼ਿਲ੍ਹੇ 'ਚ, ਪਰ ਪ੍ਰਾਇੋਰਟੀ ਹੈ ਲੁਧਿਆਣਾ ਤੇ ਜਲੰਧਰ। ਇੱਥੇ ਰੇਟ ਮਾਰਕੀਟ ਤੋਂ 28 ਰੁਪਏ ਪ੍ਰਤੀ ਫੁੱਟ ਅਤੇ ਬਜਰੀ ਕਰੀਬ 30 ਰੁਪਏ ਸਸਤੀ ਮਿਲੇਗੀ। ਜੇ ਸਾਨੂੰ ਕੋਈ ਵੀ ਟਿੱਪਰ, ਕੋਈ ਟਰਾਲੀ, ਕੋਈ ਵੀ ਵਹੀਕਲ ਸੜਕ ਤੇ ਮਿਲ ਗਿਆ ਜਿਹਦੇ ਨੂੰ ਰੋਕੇ ਜਾਣ ਦੇ ਉੱਤੇ ਜਿਹਦੇ ਕੋਲ ਕਾਗਜ਼ ਨਾ ਹੋਏ, ਤਾਂ ਅਸੀਂ ਉਹਦਾ 2 ਲੱਖ ਰੁਪਏ ਜੁਰਮਾਨਾ ਕਰਾਂਗੇ। ਕੋਈ ਪਰਚਾ ਨਹੀਂ, ਗੱਡੀ ਬਾਉਂਡ, 2 ਲੱਖ ਰੁਪਏ ਜੁਰਮਾਨਾ। ਜੇ ਅਗਰ ਨਹੀਂ ਦਿੰਦੇ 14 ਦਿਨ ਬਾਅਦ ਉਹਨੂੰ ਆਕਸ਼ਨ ਕਰ ਦਿਓ। ਇਸ ਤਰ੍ਹਾਂ ਦੀ ਕੇਂਦਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਖੋਲ੍ਹੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਸਤੀ ਰੇਤ ਬਜਰੀ ਲੋਕਾਂ ਨੂੰ ਮੁਹੱਈਆ ਕਰਵਾਈ ਜਾਵੇਗੀ। ਤਾਂ ਰੇਤਾ ਔਰ ਬਜਰੀ ਇੱਕ ਅਜਿਹੀ ਚੀਜ਼ ਹੈ ਜਿਸ ਦੇ ਨਾਲ ਲੋਕੀ ਆਪਣਾ ਘਰ ਬਣਵਾਉਂਦੇ ਨੇ, ਪਰ ਦੂਜੇ ਪਾਸੇ ਬਹੁਤ ਵੱਡਾ ਰੋਜ਼ਗਾਰ ਦਾ ਸਾਧਨ ਵੀ ਹੈ, ਕਿਉਂਕਿ ਇਸ ਦੇ ਨਾਲ ਲੇਬਰ ਨੂੰ ਕੰਮ ਮਿਲਦਾ ਹੈ। ਉਸ ਤੋਂ ਬਾਅਦ ਜਿਹੜੀ ਘਰ ਦੇ ਵਿੱਚ ਹੋਰ ਮਟੀਰੀਅਲ ਇਸਤੇਮਾਲ ਹੁੰਦਾ ਤਾਂ ਉਹਨਾਂ ਤੱਕ ਵੀ ਇਹ ਰੋਜ਼ਗਾਰ ਪਹੁੰਚਦਾ। ਇਸ ਕਰਕੇ ਜਦੋਂ ਰੇਤੇ ਬਜਰੀ ਨੂੰ ਲੈ ਕੇ ਸਵਾਲ ਹੁੰਦੇ ਸੀ ਤਾਂ ਇਹ ਵੀ ਕਿਹਾ ਜਾਂਦਾ ਸੀ ਕਿ ਬਹੁਤ ਸਾਰੀਆਂ ਜਿਹੜੇ ਲੋਕਾਂ ਦੇ ਰੋਜ਼ਗਾਰ ਵੀ ਪ੍ਰਭਾਵਿਤ ਹੋ ਰਹੇ ਨੇ। ਪਰ ਉਮੀਦ ਕਰਦੇ ਹਾਂ ਕਿ ਲੋਕਾਂ ਤੱਕ ਇਸ ਤਰੀਕੇ ਨਾਲ ਵੱਖ-ਵੱਖ ਥਾਵਾਂ ਤੇ ਵਿਕਰੀ ਕੇਂਦਰ ਖੋਲ੍ਹ ਕੇ ਰੇਤਾ ਜ਼ਰੂਰ ਪਹੁੰਚੇਗਾ। ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਗੱਲ ਹੋਵੇਗੀ ਇਨਵੈਸਟਮੈਂਟ ਦੀ। ਕਹਿੰਦੇ ਨੇ ਸੂਬੇ ਨੇ ਜੇ ਤਰੱਕੀ ਕਰਨੀ ਹੈ ਤੇ ਇਨਵੈਸਟਮੈਂਟ ਦੀ ਜ਼ਰੂਰਤ ਹੋਏਗੀ, ਉਸ ਦੇ ਨਾਲ ਹੀ ਰੋਜ਼ਗਾਰ ਮਿਲੇਗਾ ਤਾਂ ਫਿਰ ਪ੍ਰਦੇਸ਼ ਦੀ ਤਰੱਕੀ ਹੋਏਗੀ। ਤੇ ਇਨਵੈਸਟਮੈਂਟ ਮਿਸ਼ਨ ਦੇ ਉੱਤੇ ਲੱਗੇ ਹੋਏ ਨੇ ਮੁੱਖ ਮੰਤਰੀ ਭਗਵੰਤ ਮਾਨ। ਚੇਨਈ ਪਹੁੰਚੇ ਹੋਏ ਨੇ ਸੀਐਮ ਮਾਨ। ਕਾਰੋਬਾਰੀਆਂ ਦੇ ਨਾਲ ਮੀਟਿੰਗ ਉਹਨਾਂ ਦੇ ਵੱਲੋਂ ਕੀਤੀ ਗਈ। ਪੰਜਾਬ ਨਿਵੇਸ਼ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ, ਪੰਜਾਬੀਆਂ ਦੇ ਕੋਲ ਆਈਡੀਆਜ਼ ਬਹੁਤ ਨੇ, ਇਹ ਸੀਐਮ ਉੱਥੇ ਕਹਿੰਦੇ ਹੋਏ ਨਜ਼ਰ ਆਏ। ਤੇ ਉਹਨਾਂ ਨੇ ਕਿਹਾ ਕਿ ਹੁਣ ਪੰਜਾਬ ਇੱਕ ਪਰਿਵਾਰ ਦੇ ਹੱਥ ਦੇ ਵਿੱਚ ਨਹੀਂ ਹੈ। 80% ਟਰੈਕਟਰ ਪੰਜਾਬ ਦੇ ਵਿੱਚ ਬਣਦੇ ਨੇ। ਪੰਜਾਬ ਦੇ ਵਿੱਚ ਐਗਰੋ ਇੰਡਸਟਰੀ ਦੇ ਲਈ ਬਹੁਤ ਸੰਭਾਵਨਾਵਾਂ ਨੇ। ਇਹ ਸਭ ਸੀਐਮ ਦੀਆਂ ਸਟੇਟਮੈਂਟਸ ਨੇ ਜੋ ਅਸੀਂ ਤੁਹਾਨੂੰ ਦੱਸ ਰਹੇ ਹਾਂ। ਪੰਜਾਬ ਦੇ ਵਿੱਚ ਫੂਡ ਪ੍ਰੋਸੈਸਿੰਗ ਦੇ ਲਈ ਵੀ ਕਾਫੀ ਸੰਭਾਵਨਾਵਾਂ ਨੇ। ਪਹਿਲਾਂ ਦੀਆਂ ਸਰਕਾਰਾਂ ਨੇ ਕਾਰੋਬਾਰੀਆਂ ਨੂੰ ਵਧੀਆ ਮਾਹੌਲ ਨਹੀਂ ਦਿੱਤਾ। ਖੈਰ ਚੇਨਈ ਪਹੁੰਚੇ ਹੋਏ ਨੇ ਵੱਡੇ ਜਿਹੜੇ ਬਿਜ਼ਨਸਮੈਨਸ ਨੇ, ਉਹਨਾਂ ਦੇ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਵਿੱਚ ਇਨਵੈਸਟਮੈਂਟ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੀਐਮ ਦੇ ਵੱਲੋਂ। ਉਮੀਦ ਕਰਦੇ ਹਾਂ ਕਿ ਇਹ ਮੁਲਾਕਾਤਾਂ ਤੋਂ ਬਾਅਦ ਇਹ ਮੁਲਾਕਾਤਾਂ ਜ਼ਰੂਰ ਰੰਗ ਲਿਆਉਣਗੀਆਂ ਤੇ ਜਲਦ ਇੱਕ ਵੱਡੀਆਂ ਇਨਵੈਸਟਮੈਂਟ ਪੰਜਾਬ ਦੇ ਵਿੱਚ ਆਉਣਗੀਆਂ, ਕਿਉਂਕਿ ਜਦੋਂ ਕੋਈ ਵੱਡੀ ਫੈਕਟਰੀ, ਕੋਈ ਵੱਡਾ
ਪਲਾਂਟ ਪੰਜਾਬ ਦੇ ਵਿੱਚ ਆਉਂਦਾ ਹੈ ਜਾਂ ਕਿਸੇ ਵੀ ਸਟੇਟ ਦੇ ਵਿੱਚ ਜਾਂਦਾ ਹੈ ਤਾਂ ਉਹ ਬਹੁਤ ਸਾਰੇ ਲੋਕਾਂ ਦਾ ਰੋਜ਼ਗਾਰ ਦਾ ਸਾਧਨ ਬਣ ਜਾਂਦਾ ਹੈ, ਸਿੱਧੇ ਜਾਂ ਫਿਰ ਅਸਿੱਧੇ ਤੌਰ ਦੇ ਉੱਤੇ। ਤਾਂ ਉਮੀਦ ਕਰਦੇ ਹਾਂ ਕਿ ਜਲਦੀ ਇਹ ਵੱਡੀਆਂ ਕੰਪਨੀਆਂ ਦੇ ਪਲਾਂਟ ਪੰਜਾਬ ਦੇ ਵਿੱਚ ਲੱਗਣੇ ਸ਼ੁਰੂ ਹੋਣ। पंजाब में इन्वेस्टमेंट एक सबमिट कर रहे हैं 23-24 फरवरी को। उसके लिए हम इंडस्ट्रियलिस्ट से मिलने आ रहे हैं। पहले भी बहुत जगह जा चुके हैं हम, और पंजाब जो है एक हब बननी चाहिए इंडस्ट्री के लिए, क्योंकि एयर कनेक्टिविटी, रेल कनेक्टिविटी बहुत अच्छी है पंजाब में, और हमारे यूथ को काम मिलेगा, रोज़गार मिलेगा। तो वो ड्रग्स से या जो बुरी संगत में जाकर वो गैर सामाजिक काम करने पर मजबूर होते हैं, उसकी बजाय उनको एक प्रोडक्टिविटी, पॉजिटिविटी मिलेगी। बहुत सी कंपनियां पहले आ चुकी हैं, टाटा स्टील, सनातन टेक्सटाइल, वर्वियो, जर्मनी की कंपनियां जो पराली को मतलब पराली को जला के उससे बायोगैस बनाती है, और फ्रेडनबर्ग है, क्लास है। हम चाहते हैं कि हमारे देश के भी जो लोकल बड़े बड़े ब्रांड हैं वो चाहे मैन्युफैक्चर कर लें, चाहे वो वहाँ अपनी फैक्ट्री लगा लें। हमारा मकसद यही है कि ज़्यादा से ज़्यादा इंडस्ट्री को बूस्ट किया जाए कि आओ पंजाब में। अब पंजाब हमारा वो नहीं रहा जो एक परिवार के हाथ में होता था, अब पंजाब के हाथ में। ਤਾਂ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਹੋਏ ਨੇ ਚੇਨਈ ਤੇ ਹੁਣ ਅੱਗੇ ਵਧਦੇ ਤੇ ਗੱਲ ਹੋਵੇਗੀ ਚੰਨੀ। ਜੀ ਹਾਂ, ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦੀ। ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਵਿਦੇਸ਼ ਤੋਂ ਪਰਤ ਆਏ ਨੇ ਅਤੇ ਦਿੱਲੀ ਦੇ ਵਿੱਚ ਪਾਰਟੀ ਦੇ ਵੱਡੇ ਆਗੂਆਂ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ। ਚੰਨੀ ਨੇ ਭਾਰਤ ਪਰਤ ਦੇ ਸਾਰ ਦਿੱਲੀ ਦੇ ਵਿੱਚ ਪ੍ਰਿਯੰਕਾ ਗਾਂਧੀ ਦੇ ਨਾਲ ਮੁਲਾਕਾਤ ਕੀਤੀ। ਨਾਲ ਹੀ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ਵੀ ਮਿਲੇ। ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਪਾਰਟੀ ਦੀ ਹਾਰ ਤੋਂ ਬਾਅਦ ਚੰਨੀ ਵਿਦੇਸ਼ ਚਲੇ ਗਏ ਸਨ ਅਤੇ ਇਸ ਦੌਰਾਨ ਉਹਨਾਂ ਦੇ ਅਮਰੀਕਾ, ਕੈਨੇਡਾ ਅਤੇ ਹੋਰ ਥਾਵਾਂ ਦੇ ਉੱਤੇ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ। ਪਰ ਹੁਣ ਦੇਸ਼ ਵਾਪਸੀ ਤੋਂ ਬਾਅਦ ਉਹਨਾਂ ਨੇ ਸਭ ਤੋਂ ਪਹਿਲਾਂ ਦਿੱਲੀ ਦੇ ਵਿੱਚ ਤਕਰੀਬਨ ਸਾਰੇ ਸੀਨੀਅਰ ਆਗੂਆਂ ਦੇ ਨਾਲ ਮੁਲਾਕਾਤ ਕੀਤੀ ਹੈ। पंजाब के पूर्व मुख्यमंत्री चरणजीत सिंह चन्नी भारत लौटे। आपको बता दूं कि बीते पिछले कई दिनों से चरणजीत सिंह चन्नी विदेश दौरे पे थे, और उन्होंने दिल्ली में सबसे पहले प्रियंका गांधी और कांग्रेस के नए राष्ट्रीय अध्यक्ष मल्लिकार्जुन खड़गे से मुलाकात की। ये भी कयास लगाए जा रहे हैं कि चरणजीत सिंह चन्नी दोबारा राजनीति में सक्रिय नजर आएंगे। ਕਾਂਗਰਸੀ ਆਗੂ ਰਾਹੁਲ ਗਾਂਧੀ ਆਪਣੀ ਭਾਰਤ ਜੋੜੋ ਯਾਤਰਾ ਦੇ ਉੱਤੇ ਨੇ। ਅਗਲੇ ਮਹੀਨੇ ਰਾਹੁਲ ਦੀ ਭਾਰਤ ਜੋੜੋ ਯਾਤਰਾ ਪੰਜਾਬ ਦੇ ਵਿੱਚ ਐਂਟਰ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਚੰਨੀ ਦੁਬਾਰਾ ਵਿਦੇਸ਼ ਨਹੀਂ ਜਾਂਦੇ ਤਾਂ ਉਹ ਵੀ ਭਾਰਤ ਜੋੜੋ ਯਾਤਰਾ ਦੇ ਵਿੱਚ ਸ਼ਾਮਲ ਹੋ ਸਕਦੇ ਨੇ। ਖੈਰ, ਇਸ ਸਮੇਂ ਪੰਜਾਬ ਕਾਂਗਰਸ ਦੇ ਵਿੱਚ ਵੀ ਖੂਬ ਹਲਚਲ ਤਾਂ ਵੇਖਣ ਨੂੰ ਮਿਲ ਰਹੀ ਹੈ। ਇੱਕ ਪਾਸੇ ਨਵਜੋਤ ਸਿੰਘ ਸਿੱਧੂ ਨੂੰ ਮਨਪ੍ਰੀਤ ਬਾਦਲ ਮਿਲੇ, ਸਿੱਧੂ ਨੂੰ ਪ੍ਰਿਯੰਕਾ ਗਾਂਧੀ ਦੀ ਚਿੱਠੀ ਗਈ, ਇਹ ਕਿਹਾ ਗਿਆ, ਖਬਰਾਂ ਸਾਹਮਣੇ ਆਈਆਂ ਤੇ ਹੁਣ ਚੰਨੀ ਦੀ ਵਾਪਸੀ ਅਤੇ ਚੰਨੀ ਦੀ ਮੁਲਾਕਾਤ ਸੀਨੀਅਰ ਲੀਡਰਸ਼ਿਪ ਦੇ ਨਾਲ। ਖੈਰ, ਜਦੋਂ ਵੱਖੋ ਵੱਖਰੇ ਧੜੇ ਜਾਂ ਕਹੀਏ ਕਿ ਹਲਚਲ ਨਜ਼ਰ ਆਵੇ ਫਿਰ ਫਰਕ ਤਾਂ ਪੈਂਦਾ ਹੈ। ਉਧਰ ਭਾਰਤ ਜੋੜੋ ਯਾਤਰਾ ਦੇ ਵਿੱਚ ਜਗਦੀਸ਼ ਟਾਈਟਲਰ ਸ਼ਾਮਲ ਹੋਣਗੇ। ਇਹ ਵੱਡੀ ਖਬਰ ਹੈ ਜੋ ਦੇ ਰਿਹਾ ਤੁਹਾਨੂੰ। ਰਾਹੁਲ ਗਾਂਧੀ ਦੇ ਵੱਲੋਂ ਭਾਰਤ ਜੋੜੋ ਯਾਤਰਾ ਚਲਾਈ ਜਾ ਰਹੀ ਹੈ ਪੂਰੇ ਦੇਸ਼ ਦੇ ਵਿੱਚ, ਤਾਂ ਹੁਣ ਦਿੱਲੀ ਐਂਟਰ ਹੋਏਗੀ ਤੇ ਉੱਥੇ ਜਗਦੀਸ਼ ਟਾਈਟਲਰ ਵੀ ਇਸ ਯਾਤਰਾ ਦੇ ਵਿੱਚ ਸ਼ਾਮਲ ਹੋਣਗੇ। 1984 ਸਿੱਖ ਦੰਗਿਆਂ ਦੇ ਉੱਤੇ ਟਾਈਟਲਰ ਨੇ ਇੱਕ ਵੱਡਾ ਬਿਆਨ ਵੀ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਮੇਰੇ ਖਿਲਾਫ ਸਿੱਖ ਵਿਰੋਧੀ ਦੰਗਿਆਂ ਦੀ ਕੋਈ FIR ਹੈ, CBI ਨੇ ਮੈਨੂੰ ਕਲੀਅਰੈਂਸ ਦਿੱਤੀ ਹੋਈ ਹੈ। ਸਿੱਖ ਦੰਗਿਆਂ ਤੇ ਕੁਝ ਲੋਕ ਸਿਰਫ ਸਿਆਸਤ ਕਰ ਰਹੇ ਨੇ। ਦੱਸ ਦਈਏ ਕਿ ਭਾਰਤ ਜੋੜੋ ਯਾਤਰਾ ਦਿੱਲੀ ਪਹੁੰਚਣ ਵਾਲੀ ਹੈ, ਜਿਸ ਦੀਆਂ ਤਿਆਰੀਆਂ ਨੂੰ ਲੈ ਕੇ ਦਿੱਲੀ ਦੇ ਵਿੱਚ ਕਾਂਗਰਸ ਨੇ ਮੀਟਿੰਗ ਕੀਤੀ। ਜਿਹੜੇ ਦਿੱਲੀ ਦੇ ਕਾਂਗਰਸੀ ਆਗੂ ਨੇ ਤੇ ਇਸ ਦੇ ਵਿੱਚ ਜਗਦੀਸ਼ ਟਾਈਟਲਰ ਵੀ ਸ਼ਾਮਲ ਹੋਏ ਸਨ। ਜਗਦੀਸ਼ ਟਾਈਟਲਰ ਦੇ ਉੱਤੇ 1984 ਦੇ ਵਿੱਚ ਹੋਏ ਸਿੱਖ ਵਿਰੋਧੀ ਦੰਗਿਆਂ ਦੇ ਇਲਜ਼ਾਮ ਲੱਗਦੇ ਰਹਿੰਦੇ ਨੇ, ਭੜਕਾਉਣ ਦੇ। ਤਾਂ ਖੈਰ, ਉਸ ਦੇ ਉੱਤੇ ਬੀਜੇਪੀ ਦੇ ਆਗੂ ਬਹੁਤ ਹਮਲਾਵਰ ਹੁੰਦੇ ਨੇ, ਸਿੱਖ ਆਗੂ ਬਹੁਤ ਹਮਲਾਵਰ ਹੁੰਦੇ ਨੇ। ਤੇ ਜਗਦੀਸ਼ ਟਾਈਟਲਰ ਨੂੰ ਸਵਾਲ ਪੁੱਛ ਲਿਆ ਗਿਆ ਤਾਂ ਉਹ ਬਹੁਤ ਕਲੀਅਰ ਸ਼ਬਦਾਂ ਦੇ ਵਿੱਚ ਕਹਿੰਦੇ ਨਜ਼ਰ ਆਏ ਕਿ ਮੇਰੇ ਖਿਲਾਫ ਤਾਂ ਕੋਈ FIR ਨਹੀਂ ਤੇ CBI ਤੋਂ ਵੀ ਮੈਨੂੰ ਕਲੀਅਰੈਂਸ ਮਿਲੀ ਹੋਈ ਹੈ, ਯਾਨੀ ਕਲੀਨ ਚਿੱਟ ਮਿਲੀ ਹੋਈ ਹੈ। केजरीवाल क्या बोले हमें मालूम है कि हम राहुल जी के प्रोग्राम के अंदर इट इज़ एक्चुअली गॉट ए होल नेशन वर्किंग ऑन इट, the whole world is actually looking at it. Nowhere has ever, we have seen this thing what happened with Indira Gandhi's time, and this again we are seeing this at Rahul Gandhi's time. People are just joining you. Now we have to make arrangement for them to
So that's सर it. क्योंकि दिल्ली में आप यात्रा का तैयारी कर रहे हैं, वहीं रामलीला मैदान में जो है किसान आंदोलन कर रहे हैं केंद्र सरकार के खिलाफ अपनी मांगों को लेकर। I have no idea on these things. We are only concentrating on Rahul's meetings. वन लास्ट क्वेश्चन सर, क्योंकि लास्ट टाइम भी आप कांग्रेस की कमेटी में शामिल हुए, तब बीजेपी ने आप लोगों को तमाम छोड़िए अब छोड़िए, ये पुरानी बातें हैं। ये तो सच्चाई क्या है, पॉलिटिक्स क्या है। ਤਾਂ 84 ਦਾ ਮੁੱਦਾ ਖੂਬ ਸੁਰਖੀਆਂ ਦੇ ਵਿੱਚ ਹਮੇਸ਼ਾ ਰਿਹਾ, ਖਾਸ ਤੌਰ ਤੇ ਜਦੋਂ ਜਗਦੀਸ਼ ਟਾਈਟਲਰ ਦਾ ਜ਼ਿਕਰ ਹੁੰਦਾ ਹੈ। ਜਗਦੀਸ਼ ਟਾਈਟਲਰ ਦਾ ਇਹ ਬਿਆਨ ਆਇਆ ਤਾਂ ਉਧਰ ਬੀਜੇਪੀ ਟਾਈਟਲਰ ਦੇ ਉੱਤੇ ਤਿੱਖਾ ਵਾਰ ਕਰ ਰਹੀ ਹੈ। ਮਨਜਿੰਦਰ ਸਿੰਘ ਸਿਰਸਾ ਦੀ ਇੱਕ ਸਟੇਟਮੈਂਟ ਸਾਹਮਣੇ ਆਈ ਤੇ ਉਹਨਾਂ ਨੇ ਕਿਹਾ ਕਿ ਸਿੱਖ ਵਿਰੋਧੀ ਦੰਗਿਆਂ ਨੂੰ ਲੈ ਕੇ ਉਹ ਟਾਈਟਲਰ ਨੂੰ ਘੇਰਦੇ ਨਜ਼ਰ ਆਏ ਤੇ ਨਾਲ ਹੀ ਕਾਂਗਰਸ ਨੂੰ ਵੀ। ਤੇ ਉਹਨਾਂ ਨੇ ਕਿਹਾ ਕਿ ਟਾਈਟਲਰ ਦੇ ਖਿਲਾਫ ਕੇਸ ਅਜੇ ਵੀ ਜਾਰੀ ਨੇ, ਟਾਈਟਲਰ ਝੂਠ ਬੋਲ ਰਿਹਾ ਹੈ, ਟਾਈਟਲਰ ਨੂੰ ਕਲੀਨ ਚਿੱਟ ਨਹੀਂ ਦਿੱਤੀ ਗਈ, ਨਹੀਂ ਕਹੀ ਗਈ ਸੀ ਔਰ ਟਾਈਟਲਰ ਤੇ ਖੜਗੇ यानी कि कांग्रेस प्रधान भी जवाब दे। सीबीआई ने क्लीन चिट दी नहीं थी, दिलवाई थी जब कांग्रेस की सरकार थी। मैं आपको याद कराना चाहता हूँ, ये वही जगदीश टाइटलर है जिसको डॉक्टर मनमोहन सिंह जी ने अपनी सरकार में से बाहर का रास्ता दिखाया था जब नानावती कमीशन ने इनको इंडाइट किया था। और नानावती कमीशन ने अपनी रिपोर्ट में बताया था कि इन लोगों के खिलाफ सरकार को कार्रवाई करनी चाहिए, इनके खिलाफ मुकदमे दर्ज होने चाहिए। जगदीश टाइटलर के खिलाफ अभी भी सीबीआई कोर्ट के अंदर केस चल रहा है। उसके अंदर मेन विटनेस जो हैं उन्होंने अपनी गवाही दी है कोर्ट के, और उन्होंने अपनी गवाही में यह भी बताया है कि किस तरह जब उनके परिवार के लोगों को जिंदा जलाया गया और उस वक्त जगदीश टाइटलर वहाँ पर मौजूद थे और उनके इंस्ट्रक्शन पे ही ये सब कुछ हो रहा था पुल बंगश एरिया में, गुरुद्वारा पुल बंगश। ਜਿਹੜੇ ਜਗਦੀਸ਼ ਟਾਈਟਲਰ ਨੇ 1984 ਚ ਦਰਦ ਦੀ ਪ੍ਰਕਾਸ਼ਤਾ ਦਿੱਤੀ, ਜਿਨੇ ਸਿੱਖਾਂ ਦੇ ਗਲਿਆਂ 'ਚ ਟਾਇਰ ਪਾਤੇ, ਜਿਨੇ ਗੁਰਦੁਆਰੇ ਸਾੜਤੇ, ਜਿਨੇ ਦੁਕਾਨਾਂ ਸਾੜੀਆਂ, ਉਹ ਜਗਦੀਸ਼ ਟਾਈਟਲਰ ਜਿਨੇ ਸਿੱਖ ਕਤਲੋ ਗਾਰਤ ਕਰਾਇਆ, ਉਹ ਰਾਹੁਲ ਗਾਂਧੀ ਦੇ ਸਹਿ ਯਾਤਰੀ ਬਣੇ। ਬੜੇ ਦੁੱਖ ਦੀ ਗੱਲ ਹੈ। ਔਰ ਟਾਈਟਲਰ ਸਾਹਿਬ ਹਜੇ ਤੇ ਰੋਜ਼ ਐਵਨਿਊ ਦਿੱਲੀ ਦੇ ਅੰਦਰ ਤੁਹਾਡੇ ਤੇ ਪਰਚਾ ਚੱਲ ਰਿਹਾ ਸਿੱਖ ਕਤਲੋ ਗਾਰਤ ਦਾ, ਜਿਹਦੀ ਡੇਟ 23 ਦਸੰਬਰ 2000 ਪਈ ਹੈ, 2022 ਵਿੱਚ ਡੇਟ ਪਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਆਏ ਤੇ ਸਿੱਖ ਕਤਲੋ ਗਾਰਤ ਦੀਆਂ ਫਾਈਲਾਂ ਖੁੱਲੀਆਂ। ਗਾਂਧੀ ਪਰਿਵਾਰ ਨੇ ਪੂਰੀ ਕੋਸ਼ਿਸ਼ ਕੀਤੀ। ਹੁਣ ਅੱਗੇ ਵਧਦੇ ਤੇ ਖਬਰ ਹੁਸ਼ਿਆਰਪੁਰ ਤੋਂ ਲਵਾਂਗੇ। ਹੁਸ਼ਿਆਰਪੁਰ ਦੇ ਬਲਾਕ ਭੁੰਗਾ ਦੇ ਵਿੱਚ ਇੱਕ ਨੌਜਵਾਨ ਦਾ ਮੂੰਹ ਕਾਲਾ ਕਰਕੇ ਉਸ ਨੂੰ ਬਾਜ਼ਾਰ ਦੇ ਵਿੱਚ ਘੁਮਾਇਆ ਗਿਆ। ਤੇ ਇਸ ਸ਼ਰਮਨਾਕ ਹਰਕਤ ਦੇ ਇਲਜ਼ਾਮ ਭੁੰਗਾ ਬਲਾਕ ਦੇ ਕਾਂਗਰਸੀ ਪ੍ਰਧਾਨ ਮਨਿੰਦਰ ਸਿੰਘ ਉਰਫ ਟਿੰਮੀ ਤੇ ਲੱਗੇ ਨੇ, ਜਿਸ ਦੇ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਕੁਝ ਵੀਡੀਓਜ਼ ਵੀ ਮਿਲੀਆਂ ਨੇ ਜਿਸ ਦੇ ਵਿੱਚ ਕਾਂਗਰਸੀ ਆਗੂ ਪੀੜਤ ਨੌਜਵਾਨ ਨੂੰ ਫੜੀ ਨਜ਼ਰ ਆਉਂਦੇ ਨੇ। ਹਾਲਾਂਕਿ ਇਸ ਦੌਰਾਨ ਪੁਲਿਸ ਅਧਿਕਾਰੀਆਂ ਅਤੇ ਕਾਂਗਰਸੀ ਆਗੂ ਦੀ ਬਹਿਸ ਵੀ ਹੋਈ। ਰਮਾਨ ਹੋਵੋਗੇ ਨਾਲ, ਜਤਿੰਦਰ ਹੋਵੋਗੇ ਨਾਲ, ਚਲੋ ਤੇ ਯਾਰ ਆ ਜਾਓ ਅੰਦਰ, ਆ ਮੇਰਾ ਭਰਾ, ਚਲੋ ਆਓ ਅੰਦਰ, ਆਓ ਮੇਰਾ ਭਰਾ। ਤੁਸੀਂ ਝੂਠ ਬੋਲਦੇ, ਤੁਸੀਂ ਉਹਦਾ ਸਬੂਤ ਲੈ ਕੇ ਆ ਕਿਸੇ ਦਾ ਮੂੰਹ ਕਾਲਾ ਕਰਨ ਦਾ ਸਰ, ਉਹਨੇ ਮੂੰਹ ਕਾਲਾ ਕਰਕੇ ਰੋਡ ਤੇ ਘੁੰਮਣਾ ਨਹੀਂ ਗਿਆ। ਦਰਅਸਲ ਕਾਂਗਰਸੀ ਆਗੂ ਦੇ ਪੋਸਟਰ ਦੇ ਉੱਤੇ ਕਿਸੇ ਨੇ ਕਾਲਖ ਮਲ ਦਿੱਤੀ ਸੀ ਤੇ ਕਾਂਗਰਸੀ ਆਗੂ ਨੂੰ ਪੀੜਤ ਨੌਜਵਾਨ ਤੇ ਕਾਲਖ ਮਲਣ ਦਾ ਸ਼ੱਕ ਸੀ।